My dear students, best wishes. In this lecture, we shall be discussing present continuous, past continuous, and future continuous tenses. Present continuous ਦੇ ਵਿੱਚ ਅਸੀਂ ਦੇਖਦੇ ਹਾਂ ਕਿ ਫਿਕਰੇ ਦੇ ਐਂਡ ਤੇ ਰਿਹਾ ਹੈ, ਰਹੀ ਹੈ, ਰਹੇ ਹਨ। ਇਸ ਤਰ੍ਹਾਂ ਵਰਬਸ ਜਿਹੜੀਆਂ ਹੈ ਪੰਜਾਬੀ ਦੇ ਵਿੱਚ ਇਹ ਨਿਸ਼ਾਨੀ ਹੁੰਦੀ ਹੈ। ਇੰਗਲਿਸ਼ ਦੇ ਵਿੱਚ ਅਸੀਂ ਵਰਬ ਦੀ ਫਸਟ ਫਾਰਮ ਪਲੱਸ ING ਲਾਉਣਾ ਹੁੰਦਾ। ਜਿਹੜੀਆਂ ਸਾਡੀਆਂ ਹੈਲਪਿੰਗ ਵਰਬਸ ਨੇ ਆਈ ਨਾਲ ਅਸੀਂ ਐਮ ਲਾਵਾਂਗੇ, ਵੀ ਦੇ ਨਾਲ ਆਰ, ਯੂ ਦੇ ਨਾਲ ਆਰ, ਦੇ ਤੇ ਜਿੰਨੇ ਵੀ ਪਲੂਰਲ ਨਾਊਨਸ ਨੇ ਆਲ ਪਲੂਰਲ ਨਾਊਨਸ ਸਭ ਨਾਲ ਆਰ ਦੀ ਵਰਤੋਂ ਕਰਾਂਗੇ। ਜਾਣੀ ਇਜ਼ ਐਮ ਆਰ ਫਸਟ ਫਾਰਮ ਪਲੱਸ ING। ਅਗਰ ਕੋਈ ਪੈਸਿਵ ਵੌਇਸ ਦਾ ਫਿਕਰਾ ਹੋਵੇ ਤਾਂ ਉਹਦੇ ਵਿੱਚ ਅਸੀਂ ਇੰਗ ਹਟਾ ਕੇ ING ਹਟਾ ਕੇ ਬੀਇੰਗ ਲਗਾ ਦੇਂਗੇ ਔਰ ਵਰਬ ਦੀ ਥਰਡ ਫਾਰਮ ਕਰ ਦੇਂਗੇ। ਬਾਕੀ ਜਿਹੜੀ ਪ੍ਰੋਸੈਸ ਹੈ ਉਹ ਤਾਂ ਸਾਰੀ ਅਸੀਂ ਫੋਲੋ ਕਰਾਂਗੇ ਕਿ ਸਬਜੈਕਟ ਨੂੰ ਓਬਜੈਕਟ ਬਣਾਉਣਾ, ਓਬਜੈਕਟ ਨੂੰ ਸਬਜੈਕਟ ਬਣਾਉਣਾ, ਉਹ ਤਾਂ ਕਰਨਾ ਹੈਗਾ ਅਤੇ ਵਰਬ ਦੀ ਚੇਂਜ ਅਸੀਂ ਇਸ ਤਰ੍ਹਾਂ ਕਰਨੀ ਹੁੰਦੀ ਹੈ। ਤੋ ਅਸੀਂ ਕੁਝ ਫਿਕਰੇ ਕਰਦੇ ਹਾਂ ਪਹਿਲਾਂ ਪ੍ਰੈਜੈਂਟ ਕੰਟੀਨਿਊਸ ਟੈਂਸ ਦੇ। ਮੇਰੀ ਮਾਂ ਸਾਡਾ ਖਾਣਾ ਬਣਾ ਰਹੀ ਹੈ ਜਾਂ ਸਾਡਾ ਖਾਣਾ ਪਕਾ ਰਹੀ ਹੈ। ਮਾਈ ਮਦਰ ਇਜ਼ ਕੁਕਿੰਗ our food. My mother is cooking our food ਜਾਂ our meals ਵੀ ਅਸੀਂ ਕਈ ਵਾਰ ਕਹਿ ਦਿੰਦੇ ਹਾਂ। ਅਸੀਂ ਰੁੱਖ ਲਗਾ ਰਹੇ ਹਾਂ। We are planting trees. We are planting trees. ਕੀ ਤੁਸੀਂ ਮੇਰੀ ਉਡੀਕ ਕਰ ਰਹੇ ਹੋ? Are you waiting for me? Wait ਨਾਲ ਜਿਹੜੀ ਪ੍ਰੈਪੋਜੀਸ਼ਨ ਲੱਗਣੀ ਹੈ ਫੋਰ ਲੱਗਣੀ ਹੈ। ਆਰ ਯੂ ਵੇਟਿੰਗ ਫੋਰ ਮੀ, ਜਿਹੜੀ ਜਦ ਵੀ ਇੰਟੈਰੋਗੇਟਿਵ ਸੈਂਟੈਂਸ ਆਇਆ ਤੇ ਇਜ਼ ਐਮ ਆਰ ਜਿਹੜਾ ਹੈ ਜਾਣੀ ਰੈਲੇਵੈਂਟ ਹੈਲਪਿੰਗ ਵਰਬ ਜਿਹੜੀ ਵੀ ਹੈ ਤੇ ਉਹਨੂੰ ਅਸੀਂ ਸਬਜੈਕਟ ਤੋਂ ਅੱਗੇ ਲਗਾ ਦੇਣਾ। ਔਰ ਹਰ ਇੰਟੈਰੋਗੇਟਿਵ ਸੈਂਟੈਂਸ ਦੇ ਪਿੱਛੇ ਸਾਈਨ ਆਫ ਇੰਟੈਰੋਗੇਸ਼ਨ ਜਿਹੜਾ ਹੈ ਉਹ ਜ਼ਰੂਰ ਲਗਾਉਣਾ ਹੈ। ਮੈਂ ਆਪਣੇ ਮਿੱਤਰ ਨੂੰ ਇੱਕ ਪੱਤਰ ਲਿਖ ਰਿਹਾ ਹਾਂ। I am writing a letter to my friend. I am writing a letter to my friend. ਇਹਦਾ ਇੱਕ ਹੋਰ ਢੰਗ ਵੀ ਹੁੰਦਾ ਜਦ ਇਸ ਤਰ੍ਹਾਂ ਦਾ ਡਬਲ ਓਬਜੈਕਟ ਹੁੰਦਾ। I am writing my friend a letter, ਇੱਦਾਂ ਵੀ ਹੋ ਜਾਂਦਾ ਹੈ। ਤੁਸੀਂ ਇੱਥੇ ਕੀ ਕਰ ਰਹੇ ਹੋ? What are you doing here? What are you doing here? ਤੁਸੀਂ ਇੱਥੇ ਕਿਉਂ ਖੜੇ ਹੋ? Why are you standing here? Why are you standing here? ਇਹ ਸ਼ੋਰ ਕੌਣ ਕਰ ਰਿਹਾ ਹੈ? Who is making this noise? Who is making this noise? ਪਤਝੜ ਕਾਰਨ ਰੁੱਖਾਂ ਦੇ ਪੱਤੇ ਡਿੱਗ ਰਹੇ ਹਨ। ਜਾਣੀ ਮੇਨ ਆਪਣੇ ਕੋਲੇ ਪਹਿਲਾਂ ਜਿਹੜੀ ਗੱਲ ਹੈ ਜਿੱਥੇ ਅਸੀਂ ਐਮਫੇਸਾਈਜ਼ ਕਰਨਾ ਉਹ ਹੈ ਰੁੱਖਾਂ ਦੇ ਪੱਤੇ ਡਿੱਗ ਰਹੇ ਹਨ। The leaves of the trees are falling. The leaves of the trees are falling due to the autumn season. Due to autumn ਕਹਿ ਦਈਏ ਤਾਂ ਵੀ ਠੀਕ ਆ, autumn season ਕਹਿ ਦਈਏ ਤਾਂ ਵੀ ਠੀਕ ਆ। autumn ਦੇ ਸਪੈਲਿੰਗ ਨੇ AUTUMN autumn। ਔਰ ਚਾਰ ਸਾਨੂੰ ਪਤਾ ਹੈ ਕਿ ਮੇਨ ਰੁੱਤਾਂ ਹੁੰਦੀਆਂ ਨੇ। ਆਟਮ ਪਤਝੜ ਹੋ ਜਾਂਦੀ ਹੈ, ਸਪਰਿੰਗ ਬਸੰਤ ਰੁੱਤ ਬਹਾਰ ਰੁੱਤ ਹੋ ਜਾਂਦੀ ਹੈ, ਵਿੰਟਰ ਸਰਦੀ ਔਰ ਸਮਰ ਸੀਜ਼ਨ ਜੋ ਹੈ ਉਹ ਸਾਡਾ ਗਰਮੀ ਦਾ ਸੀਜ਼ਨ ਹੋ ਜਾਂਦਾ ਹੈ, ਗਰਮੀ ਦੀ ਰੁੱਤ ਹੋ ਜਾਂਦੀ ਹੈ। ਉਹ ਇੱਕ ਨਵਾਂ ਘਰ ਬਣਾ ਰਹੇ ਹਨ। ਦੇ ਆਰ building या they are constructing a new house. ਸੜਕ ਚੌੜੀ ਕੀਤੀ ਜਾ ਰਹੀ ਹੈ। ਇਹ ਹੁਣ ਪੈਸਿਵ ਹੋ ਗਿਆ। The road is
ਬੀਇੰਗ ਵਾਈਡਨਡ ਥਰਡ ਫਾਰਮ, WIDEN ਵਾਈਡਨ ਵਰਬ ਹੁੰਦਾ ਹੈ ਔਰ ਉਹਦੀ ਥਰਡ ਫਾਰਮ ਕਰਤੀ ਅਸੀਂ ਦ ਰੋਡ ਇਜ਼ ਬੀਇੰਗ ਵਾਈਡਨਡ, ਜਾਣੀ ਇਹਦੇ 'ਚ ਓਬਜੈਕਟ ਨਹੀਂ ਦਿੱਤਾ। ਇਹੋ ਜਿਹੇ ਬਹੁਤ ਸਾਰੇ ਸੈਂਟੈਂਸਸ ਆਉਣਗੇ। ਬੱਚਾ ਦੁੱਧ ਚੁੰਘ ਰਿਹਾ ਹੈ, ਦ ਚਾਈਲਡ ਇਜ਼ ਸਕਿੰਗ ਮਿਲਕ, ਸਕਿੰਗ SUCKING ਤੋਂ ਸਕ ਹੁੰਦਾ ਹੈ ਕਿਸੇ ਚੀਜ਼ ਨੂੰ ਚੂਸਣਾ ਜਾਂ ਜਿਸ ਤਰ੍ਹਾਂ ਚੁੰਘਣਾ ਹੈ। तो बच्चा दुध चुंग रहा है, द चाइल्ड इज सकिंग मिल्क। हुण पास्ट कॉन्टीन्यूस टेंस शुरू करन तो पहला मैं तुहानूं ये दसना चाहुंदा कि जिहड़ा साडा फ्यूचर टेंस सी ਉਹਦੀ एक गोइंग टू फॉर्म भी हुंदी है, गोइंग टू जानी ਉਹਨੂੰ ਅਸੀਂ कहते ही गोइंग टू फॉर्म ऑफ फ्यूचर। हाँ, देखण जो ਐਂ लगता जिवें प्रैजेंट कॉन्टीन्यूस टेंस हुंदा, लेकिन ਉਹ ਅਸੀਂ ਗੱਲ फ्यूचर टेंस ਦੀ ਕਰਦੇ ਹਾਂ। जिवें मैं कहा कि मैं तुहानूं एक कहानी सुनाउण जा रहा हाँ, ਜਾਂ मैं तुहानूं एक कहानी सुनाउण लगा हाँ, जा रहा हाँ ਜਾਂ ਲੱਗਾ ਹਾਂ। ਇਹ ਜਾ ਰਿਹਾ ਹਾਂ ਉਸ ਤਰ੍ਹਾਂ ਨਹੀਂ ਜਿਵੇਂ आई एम गोइंग टू स्कूल, आई एम गोइंग टू माई ऑफिस ना, ਇਹ ਹੈ ਇੱਕ ਵੱਖਰੀ ਕਿਸਮ ਦਾ ਹੈ। ਇਹ ਗੋਇੰਗ ਟੂ ਫਾਰਮ ਆਫ ਫਿਊਚਰ ਹੈ ਕਿ ਆਈ ਐਮ ਗੋਇੰਗ ਟੂ ਟੈਲ ਯੂ ਅ ਸਟੋਰੀ, ਆਈ ਐਮ ਗੋਇੰਗ ਟੂ ਟੈਲ ਯੂ ਅ ਸਟੋਰੀ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗਾ ਹਾਂ ਜਾਂ ਕਹਾਣੀ ਸੁਣਾਉਣ ਜਾ ਰਿਹਾ ਹਾਂ। ਇੱਦਾਂ ਵੀ ਅਸੀਂ ਕਈ ਵਾਰ ਕਹਿ ਦਿੰਦੇ ਹਾਂ, ਜਾਂ ਕਈ ਵਾਰ ਇੱਦਾਂ ਕਹਿ ਦਿੰਦੇ ਹਾਂ ਕਿ ਅਸੀਂ ਇਸ ਤਰ੍ਹਾਂ ਹਾਰ ਨਹੀਂ ਮੰਨਣ ਜਾ ਰਹੇ ਜਾਂ ਅਸੀਂ ਇਸ ਤਰ੍ਹਾਂ ਹਾਰ ਨਹੀਂ ਮੰਨਣ ਲੱਗੇ। ਵੀ ਆਰ ਨਾਟ ਗੋਇੰਗ ਟੂ ਐਕਸੈਪਟ डिफीट लाइक दिस। हुण इत्थे गोइंग टू का मतलब सच्ची मुच्ची कोई जाना नहीं किते हुंदा, तो ये जिहड़ी गोइंग टू फॉर्म ऑफ फ्यूचर है इहनूं असीं प्रैजेंट कॉन्टीन्यूस दे नाल कन्फ्यूज नहीं करना। एक वक्री किस्म बनदी है जिहड़े साडे सेंटेंसिस हैं। पास्ट कॉन्टीन्यूस टेंस दे विच असीं वाज या वर दी वरतों करदे हां। आई नाल वाज, ਵੀ ਨਾਲ ਵਰ, ਯੂ ਨਾਲ ਵਰ, ਦੇ ਨਾਲ ਵਰ, ਹੀ ਸ਼ੀ ਇਟ ਨਾਲ ਵਾਜ਼। ਇਸ ਤਰ੍ਹਾਂ ਆਲ ਸਿੰਗੂਲਰ ਨਾਊਨਸ ਵਾਜ਼, ਆਲ ਪਲੂਰਲ ਨਾਊਨਸ ਵਰ। ਵਰਬ ਦੀ ਫਸਟ ਫਾਰਮ प्लस ING लगना है। अगर इंटेरोगेटिव है तो वाज वर अगे आ जाएगा, अगर नैगेटिव है वाज नॉट वर नॉट हो जाएंगे। पैसिव वॉइस दे विच उस तरह वाज वर लगेगा, सबजैक्ट ऑब्जैक्ट चेंज करके बीइंग लग जाएगा और थर्ड फॉर्म जिहड़ी है वो हो जाएगी। हुण आपां उदाहरण के तौर पर कुछ सेंटेंसिस देखते हैं। बच्चे खुशी नाल नच रहे सन, चिल्ड्रन वर डांसिंग आउट ऑफ जॉय। वैसे असीं विद जॉय भी कह सकते हैं या फिर आउट ऑफ जॉय, खुशी नाल। कल तेज हवा चल रही सी, ए फास्ट विंड वॉज ब्लोइंग येस्टरडे, अ फास्ट विंड वॉज ब्लोइंग येस्टरडे। मोड़े धार मीह पै रहा सी, इट वॉज रेनिंग हैवीली। इत्थे असीं एक फ्रेज ईडियम एंड फ्रेजिज नाल दी नाल आपां करी चलांगे। इहदे लई असीं वरतदे हुंदे आ इट वाज रेनिंग कैट्स एंड डॉग्स, कैट्स एंड डॉग्स जानी मोड़े धार मीह वास्ते कह दिंदे आ टू रेन कैट्स एंड डॉग्स। गरीब भिखारी ते कौन हस रहा सी, हु वाज लाफिंग at the poor beggar, who was laughing at the poor beggar। आकाश विच तारे टिमटिमा रहे सन, the stars were twinkling in the sky, the stars were twinkling in the sky। पूर्व विच सूरज चढ़ रहा सी, the sun was rising in the ईस्ट। कि तुसीं किसी चीज़ की तलाश
ਕਰ ਰਹੇ ਸੀ। वर यू लुकिंग फॉर समथिंग। लुक फॉर हुंदा तलाश करना, ईडियम है साडा टू लुक फॉर तलाश करना। वर यू लुकिंग फॉर समथिंग या वर यू सर्चिंग फॉर समथिंग भी असीं कह दिंदे आ। असीं तुहाडी सिੱਖਿਆ ते अमल कर रहे सी। वी वर एक्टिंग अपॉन, ये भी ईडियम है, याद रखना, 2-3 बारी आ गया। वी वर एक्टिंग अपॉन योर एडवाइस, ADVICE। अगर असीं SC लावांगे तो वो एडवाइस बन जाएगा, जानी सिੱਖਿਆ देना। मैं अपनी वारी दी उडीक कर रहा सी। आई वॉज वेटिंग फॉर माई टर्न। उसनू सन्मानित किया जा रहा सी। ही वॉज बीइंग ऑनर्ड, पैसिव हो गया। ही वॉज बीइंग ऑनर्ड। तुसी जमात विच उंगला क्यों रहे सी या ऊंग क्यों रहे सी। वाई वर यू डोजिंग इन द क्लास। वाई वर यू डोजिंग इन द क्लास, DOZING। ये वर्ड्स ਜਿਹੜੇ ਹਨ ਇਹਨਾਂ ਦਾ ਥੋੜਾ ਜਿਹਾ ਧਿਆਨ ਰੱਖਣਾ। ਪੇਅਰਸ ਆਫ ਵਰਡਸ ਦੇ ਵਿੱਚ DOZE ਡੋਜ਼ ਹੁੰਦਾ ਉਂਗਲਾਉਣਾ, ਜਾਨੀ ਟੂ ਫੀਲ ਸਲੀਪੀ। DOSE ਡੋਜ਼ ਜਿਹੜੀ ਹੁੰਦੀ ਆ ਉਹ ਦਵਾਈ ਦੀ ਖੁਰਾਕ ਹੁੰਦੀ ਆ। ਤੀਜਾ ਵਰਡ ਬਿਲਕੁਲ ਡਿਫਰੈਂਟ ਆ, ਉਹ DOES ਹੁੰਦਾ ਹੈ, ਡਜ਼, ਜਾਨੀ DOZE ਉਂਗਲਾਉਣਾ ਤੇ DOSE ਦਵਾਈ ਦੀ ਖੁਰਾਕ, ਡੋਜ਼। ਉਹ ਘਰ ਦੀ ਯਾਦ ਵਿੱਚ ਉਦਾਸ ਹੋ ਰਿਹਾ ਸੀ ਜਾਂ ਉਸਨੂੰ ਘਰ ਦੀ ਯਾਦ ਸਤਾ ਰਹੀ ਸੀ। ਹੀ ਵਾਜ਼ ਫੀਲਿੰਗ ਹੋਮ ਸਿਕ। ਹੀ ਵਾਜ਼ ਫੀਲਿੰਗ ਹੋਮ ਸਿਕ। ਸਾਨੂੰ ਹੋਮ ਸਿਕਨੈਸ ਹੁੰਦੀ ਆ, ਕਦੇ ਵੀ ਹਾਊਸ ਸਿਕਨੈਸ ਨਹੀਂ ਅਸੀਂ ਕਹਿੰਦੇ। ਇਸ ਤਰ੍ਹਾਂ ਸਾਡਾ ਹੋਮ ਟਾਊਨ ਹੁੰਦਾ ਹੈ, ਅਸੀਂ ਹਾਊਸ ਟਾਊਨ ਨਹੀਂ ਕਹਿੰਦੇ। ਤਾਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਹਾਊਸ ਤੇ ਹੋਮ ਦੇ ਵਿੱਚ ਕੀ ਫਰਕ ਆ। ਹਾਊਸ ਹੁੰਦਾ ਮਕਾਨ, ਹੋਮ ਹੁੰਦਾ ਘਰ। ਜਾਣੀ ਘਰ ਦੇ ਵਿੱਚ ਤਾਂ ਸਾਰਾ ਕੁਝ, ਸਾਡਾ ਪਰਿਵਾਰ ਵੀ, ਸਾਡੀ ਹਰ ਤਰ੍ਹਾਂ ਦੀ ਅਟੈਚਮੈਂਟ, ਸਾਡਾ ਹਰ ਤਰ੍ਹਾਂ ਦਾ ਲਗਾਵ ਜਿਹੜਾ ਹੈ ਘਰ ਨਾਲ ਉਹ ਆ ਜਾਂਦਾ ਹੈਗਾ। ਤੇ ਜਿਹੜਾ ਹਾਊਸ ਹੈ ਉਹ ਮਕਾਨ ਹੈ, ਇੱਕ ਇਮਾਰਤ ਹੈ। ਅਸੀਂ ਮਕਾਨ ਬਣਾਉਂਦੇ ਹਾਂ, ਮਕਾਨ ਖਰੀਦਦੇ ਹਾਂ, ਮਕਾਨ ਜਿਹੜਾ ਹੈ ਵੇਚਦੇ ਹਾਂ, ਲੇਕਿਨ ਘਰ ਫਿਰ ਵੀ ਸਾਡਾ ਘਰ ਸਾਡੇ ਨਾਲ ਰਹਿੰਦਾ ਹੈ। ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਗਾ ਕਿ ਮੈਨ ਮੇਕ ਹਾਊਸਿਸ, ਵਿਮਨ ਮੇਕ ਹੋਮਸ, ਕਿ ਮਰਦ ਜਿਹੜੇ ਨੇ ਉਹ ਮਕਾਨ ਬਣਾਉਂਦੇ ਨੇ, ਔਰਤਾਂ ਫਿਰ ਉਸ ਨੂੰ ਘਰ ਬਣਾ ਦਿੰਦੀਆਂ ਨੇ। ਇੱਕ ਹੋਰ ਗੱਲ ਵੀ ਕਹੀ ਜਾਂਦੀ ਆ ਕਿ ਹਾਊਸਿਸ ਆਰ ਮੇਡ ਬਾਏ ਹੈਂਡਸ, ਹੋਮਸ ਆਰ ਮੇਡ ਬਾਈ ਹਾਰਟਸ, ਕਿ ਜਿਹੜੇ ਮਕਾਨ ਨੇ ਉਹ ਹੱਥਾਂ ਨਾਲ ਬਣਦੇ ਨੇ ਤੇ ਜਿਹੜੇ ਘਰ ਨੇ ਉਹ ਦਿਲ ਨਾਲ ਬਣਦੇ ਨੇ। ਤੋ ਇਸ ਕਰਕੇ ਅਸੀਂ ਹਾਊਸ ਤੇ ਹੋਮ ਦਾ ਫਰਕ ਜਿਹੜਾ ਹੈ ਸਮਝਣਾ। ਅਸੀਂ ਆਮ ਤੌਰ 'ਤੇ ਰਿਟਰਨ ਹੋਮ ਕਹਿੰਦੇ ਹਾਂ, ਘਰ ਜਾਣਾ। ਮਕਾਨ ਇੱਕ ਇਮਾਰਤ ਆ ਜਾਂਦੀ ਹੈ। ਫਿਊਚਰ ਕੰਟੀਨਿਊਸ ਟੈਂਸ, ਇਹਦੇ ਵਿੱਚ ਅਸੀਂ ਪਹਿਲਾਂ ਵਾਂਗ ਹੀ ਸ਼ੈਲ ਵਿਲ ਦੀ ਵਰਤੋਂ ਕਰਾਂਗੇ। ਆਈ ਤੇ ਵੀ ਨਾਲ ਸ਼ੈਲ, ਬਾਕੀ ਸਬਜੈਕਟਸ ਨਾਲ ਵਿਲ। ਔਰ ਵਰਬ ਦੀ ਫਸਟ ਫਾਰਮ ਲੱਗ ਜਾਣੀ ਹੈਗੀ, ਨਾਲ ING ਲੱਗ ਜਾਣਾ ਹੈ। ਸੈਂਟੈਂਸਿਸ ਇਸ ਤਰ੍ਹਾਂ ਦੇ ਹੋਣਗੇ, ਉਹ ਤੁਹਾਡੀ ਧਨ ਨਾਲ ਸਹਾਇਤਾ ਕਰ ਰਹੇ ਹੋਣਗੇ, ਦੇ ਵਿਲ ਬੀ ਹੈਲਪਿੰਗ ਯੂ, ਜਾਨੀ ਬੀ ਲੱਗਣਾ ਨਾਲ ਜ਼ਰੂਰ। ਦੇ ਵਿਲ ਬੀ ਹੈਲਪਿੰਗ ਯੂ ਵਿਦ ਮਨੀ। ਅਸੀਂ ਅੰਗਰੇਜ਼ੀ ਦੀ ਪ੍ਰੀਖਿਆ ਦੇ ਰਹੇ ਹੋਵਾਂਗੇ। ਵੀ ਸ਼ੈਲ ਬੀ ਟੇਕਿੰਗ ਅ ਟੈਸਟ ਇਨ ਇੰਗਲਿਸ਼। ਉਹ ਤੁਹਾਨੂੰ ਧੋਖਾ ਨਹੀਂ ਦੇ ਰਿਹਾ ਹੋਵੇਗਾ। ਹੀ ਵਿਲ ਨਾਟ ਬੀ ਚੀਟਿੰਗ ਯੂ। ਉਹ ਸਾਫ਼ ਕੱਪੜੇ ਪਹਿਨ ਰਹੀ ਹੋਵੇਗੀ। ਸ਼ੀ ਵਿਲ ਬੀ ਪੁਟਿੰਗ ਔਨ ਕਲੀਨ ਕਲੋਥਸ।
ਵੀਅਰਿੰਗ ਵੀ ਆਪਾਂ ਕਹਿ ਸਕਦੇ ਹਾਂ, WEARING, ਸ਼ੀ ਵਿਲ ਬੀ ਵੀਅਰਿੰਗ ਜਾਂ ਸ਼ੀ ਵਿਲ ਬੀ ਪੁਟਿੰਗ ਔਨ, ਮੁਹਾਵਰਾ ਲਾਉਂਦੇ ਆ, ਪੁਟਿੰਗ ਔਨ ਕਲੀਨ ਕਲੋਥਸ। ਠੰਡੀ ਠੰਡੀ ਹਵਾ ਚੱਲ ਰਹੀ ਹੋਵੇਗੀ, ਏ ਕੂਲ ਬਰੀਜ਼ will be blowing, a cool breeze, BREEZE, ਜਿਹੜੀ ਪਲੇਜ਼ੈਂਟ ਹੁੰਦੀ ਆ, ਅੱਛੀ ਲੱਗਣ ਵਾਲੀ, ਸੁਹਾਵਣੀ ਹਵਾ, ਹੌਲੀ ਹੌਲੀ ਚੱਲਣ ਵਾਲੀ, ਉਹਨੂੰ ਅਸੀਂ ਬਰੀਜ਼ ਕਹਿੰਦੇ ਆ। ਔਰ ਕੂਲ ਜਿਹੜਾ ਹੈ ਠੰਡਕ ਵਾਲੀ, ਕੋਲਡ ਠੰਡੀ, ਜਿਸ ਤਰ੍ਹਾਂ ਵਾਰਮ ਤੇ ਹੌਟ ਹੁੰਦਾ ਨਾ, ਵਾਰਮ ਨਿੱਘਾ, ਹੌਟ ਗਰਮ, ਇਸ ਤਰ੍ਹਾਂ ਕੂਲ ਤੇ ਕੋਲਡ ਦਾ ਵੀ ਫਰਕ ਹੁੰਦਾ ਹੈਗਾ। ਮਾਲੀ ਬੂਟਿਆਂ ਨੂੰ ਪਾਣੀ ਲਾ ਰਿਹਾ ਹੋਵੇਗਾ, ਦਾ ਗਾਰਡਨਰ ਵਿਲ ਬੀ ਵਾਟਰਿੰਗ ਦਾ ਪਲਾਂਟਸ। ਕੀ ਤੁਸੀਂ ਠੰਡੇ ਪਾਣੀ ਨਾਲ ਨਹਾ ਰਹੇ ਹੋਵੋਗੇ? ਵਿਲ ਯੂ ਬੀ ਟੇਕਿੰਗ ਅ ਕੋਲਡ ਬਾਥ, ਕੋਲਡ ਬਾਥ ਜਿਹੜੀ ਆਪਾਂ ਨੂੰ ਕੋਈ ਵਾਟਰ ਵਗੈਰਾ ਇੱਥੇ ਲਾਉਣ ਦੀ ਲੋੜ ਨਹੀਂ। Will you be taking a cold bath? ਬੱਚਾ ਝੂਲੇ ਵਿੱਚ ਜਾਂ ਪੀਂਘੇ ਵਿੱਚ ਸੌਂ ਰਿਹਾ ਹੋਵੇਗਾ। The child will be sleeping in the cradle. The child will be sleeping in the cradle. ਅਪ੍ਰੈਲ ਮਹੀਨੇ ਵਿੱਚ ਕਿਸਾਨ ਆਪਣੀਆਂ ਫਸਲਾਂ ਕੱਟ ਰਹੇ ਹੋਣਗੇ, ਦਾ ਫਾਰਮਰਸ ਵਿਲ ਬੀ ਕਟਿੰਗ। ਜੇ ਰੀਪਿੰਗ ਲਾਉਣਾ ਤਾਂ ਰੀਪਿੰਗ ਵੀ ਲਾ ਸਕਦੇ ਹਾਂ। ਦਾ ਫਾਰਮਰਸ ਵਿਲ ਬੀ ਕਟਿੰਗ ਦੇਅਰ ਕ੍ਰੌਪਸ ਇਨ ਦਾ ਮੰਥ ਆਫ ਅਪ੍ਰੈਲ। ਮੈਂ ਗੱਡੀ ਰਾਹੀਂ ਦਿੱਲੀ ਜਾ ਰਿਹਾ ਹੋਵਾਂਗਾ, ਆਈ ਸ਼ੈਲ ਬੀ ਗੋਇੰਗ ਟੂ ਦਿੱਲੀ ਬਾਈ ਟ੍ਰੇਨ। ਜੋ ਕੁਛ ਵੀ ਹੋ, ਬਾਈ ਟ੍ਰੇਨ, ਬਾਈ ਬੱਸ। ਜੇ ਹਵਾਈ ਜਹਾਜ਼ ਰਾਹੀਂ ਹੋਵੇ ਤਾਂ ਅਸੀਂ ਬਾਈ ਏਅਰ ਕਹਿ ਦਿੰਦੇ ਹਾਂ। ਉਂਝ ਜੇ ਸੜਕ ਦਾ ਤੇ ਇਹ ਦੱਸਣਾ ਹੋਵੇ ਤਾਂ ਅਸੀਂ ਬਾਈ ਰੋਡ ਤੇ ਬਾਈ ਰੇਲ, ਇੱਦਾਂ ਵੀ ਡਿਸਟਿੰਕਸ਼ਨ ਜਿਹੜੀ ਹੈਗੀ ਆ ਉਹ ਕਰ ਸਕਦੇ ਹੈਗੇ ਆ। ਜੇ ਕੋਈ ਗੱਡੀ ਦਾ ਨਾਂ ਵੀ ਦੱਸਣਾ ਹੋਵੇ ਤਾਂ ਅਸੀਂ ਉਹ ਦੱਸ ਸਕਦੇ ਹਾਂ, ਆਈ ਸ਼ੈਲ ਬੀ ਗੋਇੰਗ ਟੂ ਦਿੱਲੀ ਬਾਈ ਪੰਜਾਬ ਮੇਲ, ਬਾਈ ਕਾਲਕਾ ਮੇਲ, by Rajdhani Express. We can give any name. So it is enough for this lecture. Thank you very much. Best wishes. Stay happy, stay blessed.